कि असी उपकरण देते 2-2 करोड़ के ट्रैक्टर देते बेलर देते ताकि उन्होंने गंढा बनाओ जी पराली स्टॉक करो। कदे तुसी किसी मित्र नूं मार सकते हो? तुहाडा होवे मित्र और जिहड़ा मित्र कीट साडा मरदा सानूं दुख आउंदा है। बोला आंदो बाटा शेरनी घर घर गाना दे। नेता उसी को चुनो जो खुद किसानी खुद काश्त कुछ करके दिखाना चाहता है, करके दिखाया हो। नमस्कार, मैं गुलशन और आप देख रहे हैं झलको हरियाणा। तो आज हमारे साथ मौजूद हैं गुरप्रीत सिंह संधू, जो कि तीसरे इंटरव्यू में हम इनसे बातचीत करेंगे। और आज का जो मामला है पराली, क्योंकि धान का सीज़न है वो ख़त्म होने को आया है और पराली काटी भी जा रही है और जलाई भी जा रही है। तो क्या कुछ इस मामले पे बातचीत करेंगे। क्या सरकार किसानों की मदद कर रही है या फिर उन्हें मुआवजा दे रही है, कितना मुआवजा दे रही है कि जो किसान है वो संतुष्ट हो सकें। तो हमारे साथ गुरप्रीत सिंह संधू है मौजूद, और उन्होंने एक पोस्ट लिखी थी, उस पर भी हम चर्चा करेंगे और जानेंगे कि उनका वो पोस्ट पर क्या बयान था, क्या कुछ वो मामला था। तो अभी बातचीत करवाते हैं गुरप्रीत सिंह संधू से। नमस्कार जी। नमस्कार गुलशन जी, कैसे हो? ठीक है जी। अंकल जी, हुण तुसीं एक पोस्ट पाई सी हुण जी, फिलहाल ही मैं फेसबुक ते वेखी है भी किसानां नूं मुआवजा पराली जलाने ते नहीं मिलिया जांदा, ते वो गंढा वाला की मामला है वो दसो दर्शकों नूं। वो गंढा वाला मामला जिहड़ा ना, देखो ਉਹਦੇ 'ਚ किसान अगर पराली जलाਉਂਦਾ है तो किसान ਤੇ सरकार ने ਅੱਗੇ ਵੀ ਮੁਕੱਦਮੇ ਬਣੇ ਤੇ ਹੁਣ ਵੀ ਬਣਨਗੇ। ਲੇਕਿਨ ਜਿਹੜੀ ਕਿਸਾਨ ਦੇ ਕੋਲੋਂ ਫਰੀ ਪਰਾਲੀ ਲੈ ਕੇ ਗੰਢਾਂ ਬਣਾਈਆਂ ਗਈਆਂ 2 ਸਾਲ ਪਹਿਲਾਂ ਜਦੋਂ 400 ਤੱਕ ਦੇ ਭਾਅ ਆ ਗਏ, ਉਹਨੂੰ ਕੁਤਰਾ ਕਰਕੇ ਸਾਰਾ ਇਹਨਾਂ ਨੇ ਵੇਚ ਕੇ ਉਹ ਪੈਸਾ ਯੂਜ਼ ਕੀਤਾ। ਔਰ ਜਦੋਂ ਗੰਢਾਂ ਇਹਨਾਂ ਨੇ ਖੇਤਾਂ ਦੇ ਵਿੱਚ ਸਟਾਕ ਲਾ ਕੇ ਜਦੋਂ ਐਰਕੀ ਮੰਦਾ ਆਇਆ ਤੇ ਇਹਨਾਂ ਨੇ ਰਾਤ ਬਰਾਤ ਸਾਰੀਆਂ ਗੰਢਾਂ ਨੂੰ ਅਕਸਰ ਕਈ ਥਾਵਾਂ 'ਤੇ ਪੂਰੇ ਹਰਿਆਣਾ ਦੇ ਵਿੱਚ ਅੱਗ ਲਾ ਕੇ ਜਲਾ ਦਿੱਤੀ ਗਈ। ਮੈਂ ਉਸ ਵਿਸ਼ੇ 'ਤੇ ਪੋਸਟ ਕੀਤੀ ਸੀ ਔਰ ਮੈਂ ਇਸ ਕੋਲ ਤੋਂ ਮੁਨਕਰ ਨਹੀਂ ਹੈਗਾ, ਉਹ ਸੱਚ ਹੈ ਕਿ ਜਦੋਂ ਕਿਸਾਨ ਤਾਂ ਅੱਗ ਲਾਈ ਫਟ ਦਿਸ ਗਈ, ਉਹਦੇ 'ਤੇ ਮੁਕੱਦਮਾ ਕਰ ਦਿਓ। ਲੇਕਿਨ ਜਿਹੜੇ ਬੰਦਿਆਂ ਨੇ ਸਾਡੇ ਕੋਲੋਂ ਸਬਸਿਡੀ 'ਤੇ ਲੈ ਕੇ ਸੰਦ ਔਰ ਪਰਾਲੀ ਦੀਆਂ ਗੰਢਾਂ ਬੰਨ੍ਹ ਕੇ ਅਤੇ ਮੁਆਵਜ਼ਾ ਟੀਮਾਂ ਦੇ ਨਾਲ ਮਿਲ ਕੇ, ਉਹਨਾਂ ਨੇ ਜਿਹੜੇ ਬੀਮਾ ਕੰਪਨੀਆਂ ਨਾਲ ਮਿਲ ਕੇ ਉਹਨਾਂ ਨੇ ਰਾਤ ਨੂੰ ਗੰਢਾਂ ਜਲਾ ਕੇ ਅਤੇ ਉਹਨਾਂ ਦਾ ਮੁਆਵਜ਼ਾ ਲਿਆ, ਕਿਸੇ ਇੱਕ ਕਿਸਾਨ ਕਿਸੇ ਇੱਕ ਉਸ ਐਕਸਪੋਰਟਰ ਦੇ ਉੱਤੇ ਕਿਸੇ 'ਤੇ ਮੁਕੱਦਮਾ ਬਣਾਇਆ? ਕੀ ਸਰਕਾਰ ਦੀ ਕਿਸਾਨ ਦੇ ਨਾਲ ਕੋਈ ਵੱਡੀ ਦੁਸ਼ਮਣੀ ਹੈ? ਨਹੀਂ। ਮੈਂ ਇਸ ਚੀਜ਼ ਨੂੰ ਚਾਹੁੰਦਾ, ਅਸੀਂ ਖੁਦ ਕਿਸਾਨ ਹੋ ਕੇ ਪਰਾਲੀ ਜਲਾਉਣਾ ਹੀ ਨਹੀਂ ਚਾਹੁੰਦੇ। ਮੈਂ ਕਹਿੰਦਾ ਸਰਕਾਰ ਸਾਨੂੰ ਇਹੋ ਜਿਹੇ ਉਪਕਰਨ ਮੁਹੱਈਆ ਕਰੇ ਜਿਹੜੀ ਪਰਾਲੀ ਨਾਲ ਦੀ ਨਾਲ ਨਸ਼ਟ ਕਰਕੇ ਜ਼ਮੀਨ ਦੇ ਵਿੱਚ ਗਾਲੀ ਜਾਵੇ ਔਰ ਸਾਡੀ ਜਿਹੜੀ ਆ ਪ੍ਰੋਡਕਸ਼ਨ ਉਹ ਵਧੂਗੀ। ਫਰਟੀਲਾਈਜ਼ਰ ਤੋਂ ਅਸੀਂ ਪਿੱਛੇ ਹਟਾਂਗੇ। ਸਾਨੂੰ ਉਹਦੇ 'ਚ ਕੁਆਲਿਟੀ ਆਫ ਸੋਇਲ ਜਿਹੜੀ ਸਾਡੀ ਡੇ ਪਰ ਡੇ ਇੰਨੀ ਪੂਅਰ ਹੋਈ ਜਾ ਰਹੀ ਹੈ, ਜ਼ਮੀਨਾਂ ਬੰਜਰ ਹੋ ਰਹੀਆਂ ਹੈ। ਮੇਰੇ ਨਾਲ ਹੀ ਮੈਂ ਕੱਲ੍ਹ ਇੱਕ ਟੂਰ ਕੀਤਾ, ਐਲੀ ਸਦਰ ਪਿੰਡ ਦੇ ਵਿੱਚ ਜਾ ਕੇ ਆਇਆ। ਉਹਦੇ ਵਿੱਚ ਅਕਸਰ ਮੈਨੂੰ ਦੇਖਣ ਨੂੰ ਇਹ ਮਿਲਿਆ 40% ਤੋਂ ਜ਼ਿਆਦਾ ਉਪਜਾਊ ਸ਼ਕਤੀ ਜ਼ਮੀਨਾਂ ਦੀ ਖਤਮ ਹੋ ਚੁੱਕੀ ਹੈ। ਕੀ ਸਰਕਾਰ ਦਾ ਕੋਈ ਉਸ 'ਤੇ ਸਿਸਟਮ ਨਹੀਂ ਬਣਦਾ? ਕਿ ਉਸ ਚੀਜ਼ ਨੂੰ ਕਿਉਂ ਨਹੀਂ ਸੋਚਿਆ ਜਾ ਰਿਹਾ, ਕਿਉਂ ਨਹੀਂ ਦੇਖਿਆ ਜਾ ਰਿਹਾ ਕਿ ਅਸੀਂ ਉਪਕਰਨ ਦੇਤੇ 2-2 ਕਰੋੜ ਦੇ ਟਰੈਕਟਰ ਦੇਤੇ ਬੇਲਰ ਦੇਤੇ ਤਾਂ ਕਿ ਉਹਨੂੰ ਗੰਢਾਂ ਬਣਾਓ ਜੀ ਪਰਾਲੀ ਸਟਾਕ ਕਰੋ। ਉਹ ਸਿਰਫ ਓਨਲੀ ਬਿਜ਼ਨਸ ਹੈ, ਨਾ ਕਿ ਕਿਸਾਨ ਦੇ ਵਾਸਤੇ ਹੈ। ਉਹ ਸਰਕਾਰ ਕਿਸਾਨ ਵਾਸਤੇ ਕੁਛ ਨਹੀਂ ਕਰ ਰਹੀ। ਮੈਂ ਸੱਚ ਕਹਿਣਾ, ਉਹ ਜੋ ਵੀ ਕਰ ਰਹੀ ਹੈ ਸਰਕਾਰ ਬੜੇ ਲੋਕਾਂ ਵਾਸਤੇ ਕਰ ਰਹੀ ਹੈ। ਲੇਕਿਨ ਕਿਸਾਨ ਦੇ ਵਾਸਤੇ ਸੋਚੋ। ਅਸੀਂ ਇਸ ਪਰਾਲੀ ਨੂੰ ਕਲਟੀਵੇਸ਼ਨ ਕਰਕੇ ਆਪਣੀਆਂ ਜ਼ਮੀਨਾਂ ਦਾ ਉਪਜਾਊਪਨ ਵਧਾਉਣ ਵਾਸਤੇ ਬਿਲਕੁਲ ਤਿਆਰ ਬੈਠੇ ਹਾਂ। ਇੱਕ ਵੀ ਤੀਲੇ ਨੂੰ ਅਸੀਂ ਅੱਗ ਨਹੀਂ ਲਾਉਣਾ ਚਾਹੁੰਦੇ। ਲੇਕਿਨ ਜੇ ਕੋਈ ਕਿਸਾਨ ਅੱਗ ਲਾਉਂਦਾ ਤਾਂ ਉਹਦੀ ਮਜਬੂਰੀ ਹੋ ਰਹੀ ਹੈ। ਅਸੀਂ ਚਾਹੁੰਦੇ ਵੀ ਸਾਨੂੰ ਮਜਬੂਰ ਨਾ ਕਰੋ, ਸਾਨੂੰ ਸਾਧਨ ਮੁਹੱਈਆ ਕਰੋ ਔਰ ਅਸੀਂ ਪਰਾਲੀ ਕਲਟੀਵੇਸ਼ਨ ਕਰਾਂਗੇ ਔਰ ਅਸੀਂ ਇੱਕ ਤੀਲਾ ਪਰਾਲੀ ਦਾ ਆਪਣੀਆਂ ਜ਼ਮੀਨਾਂ 'ਚ ਗਾਲਾਂਗੇ, ਨਾ ਕਿ ਅਸੀਂ ਗੰਢਾਂ ਵਾਲਿਆਂ ਨੂੰ ਨਹੀਂ ਦਿਆਂਗੇ। ਤੇ ਕੀ ਲੱਗਦਾ ਸਰਕਾਰ ਨੂੰ ਕੀ ਕੁਝ ਕਰਨਾ ਚਾਹੀਦਾ ਕਿਸਾਨਾਂ ਵਾਸਤੇ? ਕੀ ਕੁਝ ਯਾਨੀ ਕਿ ਜਿਹੜੇ ਸਾਧਨ ਹੈਗੇ ਜੋ ਮੁਹੱਈਆ ਕਰਾ, ਤੁਹਾਡੇ ਸਾਹਿਬ ਤੁਸੀਂ ਕਹਿੰਦੇ ਸਾਧਨ ਜੋ ਮੁਹੱਈਆ ਕਰਾਣੇ ਨੇ, ਕੀ ਕੁਝ ਸਾਧਨ ਨੇ ਉਹ ਮੁਹੱਈਆ ਕਰਵਾਏ ਸਰਕਾਰ? ਦੇਖੋ, ਸਾਧਨ ਮੁਹੱਈਆ ਕਰਵਾਏ ਵੀ ਹੈ ਸਰਕਾਰ ਨੇ, ਉਸ ਗੱਲ ਤੋਂ ਮੁੱਕਰ ਨਹੀਂ ਸਕਦੇ। ਅੱਛਾ। ਹੈਪੀ ਸੀਡਰ ਲਿਆਂਦਾ, ਲਾਂਚ ਕੀਤਾ ਇਹਨਾਂ ਨੇ ਜੀ, ਲੇਕਿਨ 1 ਸਾਲ ਤੱਕ ਹੈਪੀ ਸੀਡਰ ਨਹੀਂ ਚੱਲਿਆ। ਲੋਕਾਂ ਨੇ ਦੇਖਿਆ, ਕਹਿਣ ਲੱਗੇ ਨਹੀਂ ਜੀ ਇਹ ਤਾਂ ਕਾਮਯਾਬ ਨਹੀਂ। 3-3 ਲੱਖ ਦੀਆਂ ਮਸ਼ੀਨਾਂ ਦਿੱਤੀਆਂ। ਅਗਲੇ ਸਾਲ ਉਹ ਮਸ਼ੀਨ, ਮੈਂ ਕਹਿੰਦਾ ਜਿਨ੍ਹਾਂ ਕਿਸਾਨਾਂ ਨੂੰ ਹੈਪੀ ਸੀਡਰ ਦਿੱਤੇ ਸੀ ਪੂਰੇ ਹਰਿਆਣੇ ਦੇ ਵਿੱਚ ਜਾਂਚ ਕੀਤੀ ਜਾਵੇ। ਮੈਨੂੰ ਦੱਸੋ ਕਿਸੇ ਕਿਸਾਨ ਦੇ ਕੋਲ ਹੈਪੀ ਸੀਡਰ ਹੈਗਾ? ਉਹ ਸਿਰਫ ਟਿਕਾਉਣ ਸੀ, ਸਬਸਿਡੀ ਦਾ ਪੈਸਾ ਖਾਣ ਵਾਸਤੇ ਲੋਕਾਂ ਦੇ, ਉਹ ਉਹਦੇ 'ਚ ਕਾਮਯਾਬ ਰਹੇ। ਤੇ ਕੀ ਲੱਗਦਾ ਕਿੰਨੇ ਸਬਸਿਡੀ ਦੇ ਪੈਸੇ ਖਾਦੇ ਹੋਣੇ? ਕੋਈ ਅੰਦਾਜ਼ਾ ਨਹੀਂ ਹੈ। ਪਹਿਲਾ ਨੰਬਰ ਤਾਂ ਸਬਸਿਡੀ ਦਾ ਪੈਸਾ ਜੇ ਹੈ, ਸਬਸਿਡੀ ਦਾ ਤਾਂ ਸਿਸਟਮ ਹੀ ਇਹ ਬਣਾਓ, ਕਿਸਾਨ ਨੂੰ ਜਾ ਕੇ ਦੇਖਿਆ ਜਾਵੇ ਕਿਸਾਨ ਨੇ ਕਿੱਥੋਂ ਕਿੰਨੇ ਦਾ ਸੰਦ ਲਿਆ, ਉਹ ਉਹਨੂੰ ਬਿਲਿੰਗ ਦੇਵੇ, ਉਸ ਦੇ ਉੱਤੇ ਸਬਸਿਡੀ ਦੇ ਦੇਣ। ਜਿਹੜਾ ਸਬਸਿਡੀ ਦਾ ਸਾਧਨ ਅੱਜ ਬਣਾਇਆ ਹੈ 2.5 ਲੱਖ ਰੁਪਏ ਦਾ ਸੁਪਰ ਸੀਡਰ ਦੇ ਰਹੇ ਹੈ ਸਬਸਿਡੀ ਦੇ ਲੈ ਕੇ, ਔਰ ਉਹ ਅਗਰ ਅਸੀਂ ਸੁਪਰ ਸੀਡਰ
ਆਮ ਮਾਰਕੀਟ ਜੋ ਖਰੀਦੀਏ 1.5 ਲੱਖ ਦਾ ਵੀ ਮਿਲਦਾ ਹੈ। ਕੇਵਲ ਸਬਸਿਡੀ ਵਾਲੇ ਸਾਧਨ ਹੀ ਇੰਨੇ ਕੋਸਟਲੀ ਕਿਉਂ ਹੈ? ਉਹਨਾਂ ਦੇ ਵਿੱਚ ਕੀ ਸੋਨੇ ਵਾਲਾ ਲੋਹਾ ਹਾਲਾਤ ਹੈ? ਨਹੀਂ, ਸਰਕਾਰ ਨੂੰ ਸੋਚਣਾ ਪਊਗਾ, ਸਰਕਾਰ ਨੂੰ ਦੇਖਣਾ ਪਊਗਾ। ਸਰਕਾਰ ਦਾ ਪੈਸਾ ਸਰਕਾਰ ਦੇ ਰਹੀ ਹੈ, ਲੇਕਿਨ ਪੈਸਾ ਮਿਸਯੂਜ਼ ਕਿੱਥੇ ਹੋ ਰਿਹਾ ਉਸ ਚੀਜ਼ ਨੂੰ ਦੇਖਣਾ ਸਰਕਾਰ ਦੀ ਡਿਊਟੀ ਬਣਦੀ, ਨਾ ਕਿ ਸਾਡੀ ਕਿਸਾਨ ਦੀ ਬਣਦੀ। ਪੈਸਾ ਆ ਰਿਹਾ ਸਰਕਾਰ ਤੋਂ, ਸਰਕਾਰ ਨੇ ਮੈਂ ਤੁਹਾਨੂੰ ਦੱਸਿਆ ਹੈਪੀ ਸੀਡਰ ਦਿੱਤਾ ਹੈ, ਸੁਪਰ ਸੀਡਰ ਦਿੱਤਾ ਹੈ, ਹੁਣ ਨਵਾਂ ਇੱਕ ਡਿਜ਼ਾਈਨ ਮਾਡਲ ਕੱਢਿਆ ਹੈ, ਉਹਨੂੰ ਸਮਾਰਟ ਸੀਡਰ ਕਿਹਾ ਹੈ। ਲੇਕਿਨ ਸਮਾਰਟ ਸੀਡਰ ਵੀ ਉਦੋਂ ਕੰਮ ਕਰਦਾ ਹੈ ਜਦ ਤੱਕ ਮੈਂ ਤਾਂ ਇਹ ਚਾਹੂੰਗਾ ਕਿ ਕੱਟਣ ਤੋਂ ਬਾਅਦ ਪਰਾਲੀ ਨੂੰ ਇਹੋ ਜਿਹਾ ਸਾਨੂੰ ਸਿਸਟਮ ਦੇਣ ਜਿਹੜੀ ਕੁਤਰ ਕੇ ਸਿੱਧੀ ਨਾਲ ਦੀ ਨਾਲ ਮਸ਼ੀਨ ਉਹਦੇ ਵਿੱਚ ਸਾਰੀ ਪਾਈ ਜਾਵੇ। ਯਾਨੀ ਕਿ ਤੁਹਾਡਾ ਕਹਿਣਾ ਹੈ ਕਿ ਜ਼ਮੀਨ ਦੇ ਵਿੱਚ ਰਲੂਗੀ ਤਾਂ ਉਪਜਾਊ ਸ਼ਮਤਾ ਵਧੂਗੀ ਤੇ ਹੋਰ ਵੀ ਚੀਜ਼ਾਂ, ਯਾਨੀ ਕਿ ਜਿਹੜੇ ਵੀ ਹੁਣ ਮਿੱਟੀ ਦੀ ਉਪਜਾਊ ਸ਼ਮਤਾ ਕਮ ਹੋ ਜਾਂਦੀ ਹੈ, ਉਹਦੇ ਕੀਟਨਾਸ਼ਕ ਦੀ ਆਪਾਂ ਫਰਟੀਲਾਈਜ਼ਰ ਜਾਂ ਸਪਰੇਆਂ ਕਰਦੇ ਹਾਂ ਉਹ ਵੀ ਕਮ ਯੂਜ਼ ਹੋਊਗੀ। ਵੱਡਾ ਫਾਇਦਾ, ਵੱਡੇ ਲੈਵਲ ਦਾ ਫਾਇਦਾ। ਅੱਗ ਲਾਉਣ ਦੇ ਵਿੱਚ ਜਿਹੜੇ ਸਾਡੇ ਮਿੱਤਰ ਕੀਟ ਨੇ ਉਹ ਵੀ ਜਲਦੇ ਆ, ਮਰਦੇ ਆ, ਇਹੋ ਜਿਹੇ ਪੰਛੀ ਜਲ ਜਾਂਦੇ ਆ, ਲੇਕਿਨ ਉਹ ਸਿਰਫ ਮਜਬੂਰੀ ਦੇ ਕਾਰਨ ਜਲਦੇ। ਅਸੀਂ ਉਹਨਾਂ ਨੂੰ ਜਲਾਉਣਾ ਨਹੀਂ ਚਾਹੁੰਦੇ। ਸਾਡੇ ਮਿੱਤਰ ਨੂੰ ਕਦੇ ਤੁਸੀਂ ਕਿਸੇ ਮਿੱਤਰ ਨੂੰ ਮਾਰ ਸਕਦੇ ਹੋ? ਤੁਹਾਡਾ ਹੋਵੇ ਮਿੱਤਰ, ਔਰ ਜਿਹੜਾ ਮਿੱਤਰ ਕੀਟ ਸਾਡਾ ਮਰਦਾ ਸਾਨੂੰ ਦੁੱਖ ਆਉਂਦਾ ਹੈ, ਲੇਕਿਨ ਸਾਡੇ ਦੁੱਖ ਦਾ ਵੀ ਕੋਈ ਹੱਲ ਹੋਣਾ ਚਾਹੀਦਾ ਹੈ। ਐਗਰੀਕਲਚਰ ਕਰਦਿਆਂ ਖੇਤੀ ਦੇ ਵਿੱਚ ਮੈਂ 1978 ਤੋਂ ਪੜ੍ਹਾਈ ਛੱਡ ਕੇ ਖੇਤੀ ਕੀਤੀ ਹੈ ਔਰ ਲਗਾਤਾਰ ਤਜਰਬਾ ਰਿਹਾ ਹੈ। ਔਰ ਅੱਜ ਖੇਤੀ ਤੋਂ ਬਿਨਾਂ ਕੋਈ ਕਿੱਤਾ ਵੀ ਨਹੀਂ ਸਾਡਾ, ਅਜੇ ਤੱਕ ਵੀ ਖੇਤੀ ਖੁਦ ਸੈਲਫ ਮੇਡ ਮੈਂ ਕਰ ਰਿਹਾ। ਅਤੇ ਜਦੋਂ ਖੁਦਕਾਸਤ ਜ਼ਿਮੀਂਦਾਰ ਅਸੀਂ ਕਰ ਰਹੇ ਹਾਂ, ਔਰ ਮੈਨੂੰ ਇਹ ਲੱਗਦਾ ਹੈ ਕਿ ਪੂਰੇ ਹਰਿਆਣਾ ਸਰਕਾਰ ਜੇ ਅਗਰ ਮੇਰਾ ਹੀ ਰਿਕਾਰਡ ਚੱਕ ਕੇ ਦੇਖੇ ਏਡੇ ਐਕਟਿਵ ਫਾਰਮਰ ਦਾ, ਮੇਰੇ ਹਿਸਾਬ ਨਾਲ ਇੱਕ ਡਰਮੀ 1600 ਰੁਪਏ ਵਾਲੀ ਤਾਂ ਸਬਸਿਡੀ 'ਤੇ ਮਿਲੀ ਹੋਵੇ ਤਾਂ ਮਿਲੀ ਹੋਵੇ, ਨਹੀਂ ਤਾਂ ਅਦਰਵਾਈਜ਼ ਮੈਨੂੰ ਇੱਕ ਵੀ ਸੰਦ ਸਬਸਿਡੀ ਦਾ नहीं आज तक मिला। सब बंदर बांट है, लोग अपने बैठे हैं। वो फिर आप हंसोगे वो पिछली इंटरव्यू की तरह से कि भाई ये क्या हुआ। एक हरियाणा में कहावत प्रचलित है, बोला अंधो बाटा शेरनी घर घर गाना दे। तो ये जो मिली भगत के कारण जो वहाँ हमारे ऑफिसों के अंदर लोग बैठे हैं, अपने रिश्तेदार बंदर बांट सब्सिडी की, एक ही घर के अंदर 5 कल्टीवेशन के संद अगर आप दे दोगे तो मैं उसे सब्सिडी नहीं, मैं उसे चोरी मानूंगा। तो ऐसा कोई मामला सामने आया है जो आप बता रहे हो? एक ही देखो सरकार क्यों नहीं देखती? सरकार को सब पता है। आप तो कहते हैं मामला सामने आया, मैं कहता हूँ सरकार को पता है जिन जिनको सब्सिडी दी किस किस सोसाइटियों को। आप देखो जो किसानों की सोसाइटियाँ बनी हैं उनके अंदर कितने साधन और कहाँ कहाँ किसके पास खड़े हैं, क्या दिखाओ। तो सरकार तो एक ये भी बात कहती है ना कि पराली इसलिए नहीं है जलाने देती हम कि पर्यावरण प्रदूषित होगा। मैं मानता हूँ बिल्कुल, आखिर धुआं तो धुआं है, इसको कौन अनदेखा कर सकता है, और हमारे जीवन के लिए नुकसानदायक है। मैं तो खुद इस पर कह रहा हूँ कि पोल्यूशन को रोकना है तो रोकने का तरीका भी तो कोई इख्तियार करे ना सरकार। क्या किया बताओ? मल्चर दिए हैं, जिन लोगों को मल्चर दिए हैं, जहाँ एक चॉपर बनाया है उन्होंने तूड़ी वाली मशीन के अंदर, भूसे के अंदर, वो कितने चले बताओ? कहाँ चल रहे हैं? सरकार क्यों नहीं देखती? तो फिर सरकार अभी जुर्माना भी तो लगा रही है ना, अभी जो पराली जला देता है, तो वो जुर्माना फिर किस चीज़ का लगा रही है अगर सरकार मदद ही नहीं कर पा रही? तो ये तो धक्का है, किसी के साथ भी कर लो। मैं खुद किसान हूँ, चाहे मैं किसी भी पार्टी में हूँ, लेकिन किसान किसान होता है। लेकिन किसान की चीज़ को देखना ज़रूरी है कि किसान की आज के दिन भी पोजीशन क्या है। धान बिका था ना पिछली 4800 5000, आज वही धान 3500 बिक रहा है ना। इससे क्या जाहिर होता है कि किसान हमेशा आंदोलन ही करता रहे। अभाव के लिए आंदोलन होगा, कभी सब्सिडी के लिए आंदोलन होगा, कभी हमारे इन संसाधनों के लिए आंदोलन होगा। इन आंदोलनों से अगर हमने बचना है तो सरकार को, सरकार के द्वारा जो बनाए गए किसान नेता हैं, उन किसान नेताओं को भी थोड़ा सा पूछ लो, भाई किसानों की बात किया करो। क्या प्रैक्टिकल में खेती नहीं कर रहे, किसान लीडर हूँ वो बन गया, उसको क्या पता किसानी क्या है। किसान नेता उसी को चुनो जो खुद किसानी खुद कास्ट कुछ करके दिखाना चाहता है, करके दिखाया हो। तो मैंने पहले बता दिया। तो आपके हिसाब से भी वाली शेर नहीं बट रही है। तो अभी आपके हिसाब से जो भी कृषि मंत्री चुने गए हैं वो यानी कि किसान परिवार से नहीं, उनको पता ही नहीं है किसानों के बारे में। देखो मैं तो उनके ऊपर तो कुछ ब्लेम ही नहीं कर सकता, अभी तो वो चुने ही गए हैं ना। ये तो पिछलों की ड्यूटी थी
5 साल पहले भी चुने, 10 साल पहले भी चुने। तो पिछलों ने कितना काम करवाया? तो पिछलों ने काम तो ये आपके सामने मैं बता रहा हूँ, काम हुए, धरातल पे पैसा सरकार ने दिया, लेकिन पैसा मिसयूज़ कहाँ हुआ उसको नहीं देखा। 3 लाख का संसाधन सरकार के कोटेशन पास होगी, उन्होंने कह दिया जी बालाजी हम सुपर सीडर खरीदेंगे, ठीक है, 3 लाख का खरीद लिया, सब्सिडी दे दी ₹1 लाख किसान को, 2 लाख रुपए, लेकिन मार्केट के अंदर वही संसाधन अगर हम खरीदने जाए हमारे को वो 1.5 लाख का मिलता है, फिर हम 3 लाख वाले के पीछे क्यों दौड़ेंगे भाई, बताओ ना। तो ऐसे तुम 50,000 रुपये बस एक्स्ट्रा केवल उसका ये दिखाते थे कि मात्र इसका ये वेट है, नहीं, इन चीज़ों पे हम नहीं जाएंगे। तो आपके हिसाब से एक किसान कृषि मंत्री हो तो बहुत अच्छा, यानी कि एक रिजल्ट ला सकता है? हाँ बिल्कुल बेहतर, क्यों नहीं। किसान नेता तो देश की आज़ादी के बाद में बहुत हुए हैं। तो आपको लगता है कि जो अब की वर्तमान सरकार है, जो 5 साल पहले 10 साल पहले भी रही है, इस सरकार में किसानों के लिए काम हो पाया है या नहीं हो पाया है? देखो ऐसा तो कोई भी नहीं कह सकता, ये एक काम को अनदेखा करना हो तो हम कह सकते हैं कि काम नहीं हुआ। क्यों नहीं हुआ? काम हुआ, करोड़ों अरबों रुपए आए हैं, लेकिन उस पैसे का, मैं बार बार यही कह रहा हूँ कि पैसे का मिसयूज़ हुआ है, और इस पैसे के मिसयूज़ को रोक के अगर धरातल पर जाके देखा जाए तो आप फिर देखो कि किसान की हालात जो है क्या है। उस चीज़ को कोई भी रिपोर्ट देखने के लिए कोई भी नहीं आ रहा। ठीक है, डीसी साहब क्या करेंगे? अब डीसी साहब अगर एक घूमने लग जाएं तो ये बताओ कि पूरा फतेहाबाद ज़िला कितना बड़ा है। डीसी साहब केवल आदेश दे सकता है, लेकिन उनके आदेशों का पालन छोटे कर्मचारी नहीं कर रहे। तो आखिर में अभी हम अपनी बातचीत यहीं पे समाप्त करते हुए सरकार से आप क्या निवेदन करना चाहेंगे हमारे चैनल के माध्यम से? देखो, सरकार से हमारा निवेदन यही है कि ज़्यादा से ज़्यादा किसानी के ऊपर ध्यान दें। किसानों को किसी भी मूवमेंट को, आंदोलन के लिए ना आना पड़े। आंदोलन देश के लिए, प्रदेश के लिए और जनहित के लिए नुकसानदायक है। जी, तो अभी बातचीत करी है हमने गुरप्रीत सिंह संधू से। उन्होंने कहा है कि सरकार किसानों की उस तरह मदद नहीं कर पा रही है। पैसा तो भेजा जा रहा है, लेकिन वो सरकारी ऑफिसरों के द्वारा आपस में बांट लिया जाता है और किसान तक जो पैसा है वो पहुंच नहीं पाता। तो मिलते हैं एक नेक्स्ट वीडियो के साथ, एक नेक्स्ट इंटरव्यू के साथ। धन्यवाद। झलको हरियाणा, गुलशन। झलको